ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਪੰਜਾਬ ਤੇ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਸਮੁੱਚੀਆਂ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਇਸ ਪ੍ਰੋਗਰਾਮ ਦੀ ਸ਼ੁਰੂਆਤ ਬਜਟ ਸੈਸ਼ਨ ਤੋਂ ਕਰ ਲੈਂਦੇ ਹਾਂ। ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇੱਕ ਕਹਿ ਦਈਏ ਕਿ ਸਿਆਸੀ ਤਲਖੀ ਦੇ ਦੌਰਾਨ ਇਸ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਵੇਂ ਕਿ ਆਪਾਂ ਵੇਖਿਆ ਕਿ ਰਾਜਪਾਲ ਤੇ ਪੰਜਾਬ ਸਰਕਾਰ ਦੇ ਵਿਚਾਲੇ ਜੋ ਵਿਵਾਦ ਸੀ, ਪਹਿਲਾਂ ਮਨਜ਼ੂਰੀ ਨਹੀਂ ਦਿੱਤੀ, ਉਸ ਤੋਂ ਬਾਅਦ ਮਨਜ਼ੂਰੀ ਮਿਲ ਗਈ ਤੇ ਅੱਜ ਉਸ ਦੀ ਸ਼ੁਰੂਆਤ ਹੋਣੀ ਹੈ। ਤੇ ਕਹਿੰਦੇ ਕਿ ਬਜਟ ਸੈਸ਼ਨ ਇਸ ਵਾਰ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਬਿਲਕੁਲ ਜਿੰਦਰ ਜੀ, ਜਦੋਂ ਆਪਾਂ ਇਹ ਚਰਚਾ ਕਰ ਰਹੇ ਹਾਂ ਉਸ ਤਰ੍ਹਾਂ ਹੀ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਆ ਕਿ ਪੰਜਾਬ ਦੇ ਰਾਜਪਾਲ ਨੇ ਆਪਣਾ ਭਾਸ਼ਣ ਪੜ੍ਹਨਾ ਤੇ ਇਹ ਭਾਸ਼ਣ ਹਮੇਸ਼ਾ ਪੰਜਾਬ ਪੱਖੀ ਹੁੰਦਾ ਜਾਂ ਜਿਹੜੀ ਵਿਧਾਨ ਸਭਾ 'ਚ ਪੜ੍ਹਿਆ ਜਾਂਦਾ ਉਸ ਦੇ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਹੁੰਦਾ। ਪਰ ਜਿਹੋ ਜਿਹਾ ਆਪਸ 'ਚ ਰਿਸ਼ਤਾ ਰਿਹਾ ਸੋ ਉਹਦਾ ਅਸਰ ਉਸ ਭਾਸ਼ਣ ਤੇ ਵੀ ਨਜ਼ਰ ਆ ਸਕਦਾ। ਚਰਚਾ ਇਹ ਵੀ ਹੈ ਕਿ ਰਾਜਪਾਲ ਕੁਝ ਪੰਨੇ ਛੱਡ ਵੀ ਸਕਦੇ ਨੇ, ਕੁਝ ਪਹਿਰੇ ਵੀ ਛੱਡ ਸਕਦੇ ਨੇ, ਕੋਈ ਆਪਣੀ ਟਿੱਪਣੀ ਵੀ ਕਰ ਸਕਦੇ ਨੇ। ਸੋ ਇਸ ਲਈ ਉਧਰ ਵੀ ਸ਼ੁਰੂ ਹੋ ਜਾਣਾ ਉਹ ਪ੍ਰੋਗਰਾਮ। ਪਰ ਇਸ ਤੋਂ ਬਿਨਾਂ ਜਿਹੜਾ ਸੈਸ਼ਨ ਸਮੁੱਚਾ ਹੈ ਉਹ ਵੀ ਹੰਗਾਮਿਆਂ ਭਰਪੂਰ ਰਹਿਣ ਦੀ ਉਮੀਦ ਹੈ। ਇੱਕ ਪਾਸੇ ਇਸ ਸੈਸ਼ਨ ਦੇ ਵਿੱਚ ਇਹਨਾਂ 11 ਮਹੀਨਿਆਂ ਦੇ ਵਿੱਚ 12 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਕੁਝ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਗੁਣਗਾਨ ਵੀ ਗਾਉਣਾ ਹੈ, ਉਹਦਾ ਪੱਖ ਵੀ ਰੱਖਣਾ ਹੈ ਔਰ ਅਗਲੀਆਂ ਆਪਣੀਆਂ ਤਜਵੀਜ਼ਾਂ ਦੇ ਲਈ ਫੰਡ ਵੀ ਅਲਾਟ ਕਰਨੇ ਨੇ ਕਿ ਅਸੀਂ ਆਹ ਕੁਝ ਕਰਨਾ ਚਾਹੁੰਦੇ ਹਾਂ। ਪਰ ਵਿਰੋਧੀਆਂ ਨੇ ਉਹਨੂੰ ਘੇਰਾਬੰਦੀ ਵੀ ਕਰਨੀ ਕਿਉਂਕਿ ਨਾਕਾਮੀਆਂ ਵੀ ਬਹੁਤ ਨੇ। ਪੰਜਾਬ ਸਰਕਾਰ ਗਣਾਊਗੀ ਕਿ ਅਸੀਂ ਦੇਖੋ ਮਹੱਲਾ ਕਲੀਨਿਕ ਖੋਲ੍ਹਤੇ, ਪੰਜਾਬ ਸਰਕਾਰ ਗਣਾਊਗੀ ਅਸੀਂ ਮੁਫਤ ਬਿਜਲੀ ਦੇਤੀ, ਪੰਜਾਬ ਸਰਕਾਰ ਗਣਾਊਗੀ ਅਸੀਂ ਟੋਲ ਬੰਦ ਕਰਤੇ, ਪੰਜਾਬ ਸਰਕਾਰ ਗਣਾਊਗੀ ਅਸੀਂ ਕੇਂਦਰ ਤੋਂ ਆਹ ਲਿਆਂਦਾ, ਅਸੀਂ ਪੰਜਾਬ ਲਈ ਆਹ ਕਰਤਾ, ਅਸੀਂ ਤਾਂ ਆਪਣੇ ਨਹੀਂ ਬਖਸ਼ੇ, ਅਸੀਂ ਉਹ ਵੀ ਅੰਦਰ ਭੇਜਤੇ। ਸੋ ਇਹ ਚੀਜ਼ਾਂ ਗਣਾਊਗੀ ਪਰ ਵਿਰੋਧੀ ਘੇਰਨਗੇ ਕਿ ਭਾਈ ਘਰੇ ਬਿਠਾਤੇ, ਕਿਸੇ ਦਾ ਚਲਾਨ ਨਹੀਂ ਪੇਸ਼ ਹੋਇਆ, ਉਹ 'ਚ ਚਲਾਨ 'ਚ ਨਹੀਂ ਕੁਝ ਲੱਭਿਆ, ਕਿਸੇ ਦੇ ਖਿਲਾਫ ਕਾਰਵਾਈ ਉਹ ਨਹੀਂ ਹੋਈ। ਸੋ ਤੁਸੀਂ ਉਹਨਾਂ ਦੇ ਉੱਤੇ ਕੀ ਉਹਨਾਂ ਨੂੰ ਬਾਹਰ ਕੱਢਿਆ ਪਾਰਟੀ 'ਚੋਂ, ਇਹ ਵੀ ਮੁੱਦਾ ਬਣੂਗਾ। ਫਿਰ ਯੂ ਟਰਨ, ਬਾਰ-ਬਾਰ ਮੁੱਦਿਆਂ ਤੇ ਯੂ ਟਰਨ। ਫਿਰ ਭੁੱਲਣ ਵਾਲੀ ਗੱਲ ਕਿ ਲਗਾਤਾਰ ਤੁਸੀਂ ਕਦੇ ਜੀਰੇ ਵਾਲੇ ਮਾਮਲੇ ਤੇ ਭੁੱਲ ਗਏ, ਕਦੇ ਚੇਅਰਮੈਨ ਨੂੰ ਲਾ ਕੇ ਨਿਯੁਕਤੀ ਪੱਤਰ ਦੇਣਾ ਭੁੱਲ ਗਏ, ਕਦੇ ਮੁਲਾਜ਼ਮਾਂ ਦੀ ਭਰਤੀ ਦੀ ਗੱਲ ਕਰਕੇ ਤੁਸੀਂ ਪਿੱਛੇ ਹਟ ਗਏ। ਸੋ ਇਹ ਸਾਰੀਆਂ ਗੱਲਾਂ ਤੇ ਘੇਰਾਬੰਦੀ ਵੀ ਹੋਣੀ ਆ। ਫਿਰ ਇਸੇ ਤਰ੍ਹਾਂ ਜਿਹੜੀ ਆਪਸੀ ਸੰਵਾਦ ਦੀ ਗੱਲ ਹੈ ਕੇਂਦਰ ਨਾਲ, ਰਾਜਪਾਲ ਨਾਲ, ਵਿਰੋਧੀ ਪਾਰਟੀਆਂ ਨਾਲ, ਉਹ ਸਾਰਾ ਮਸਲਾ ਕਿ ਚੱਲਦੀ ਕਿੱਥੋਂ ਹੈ ਸਰਕਾਰ, ਇਹ ਸਾਰੇ ਮੁੱਦਿਆਂ ਤੇ ਵੀ ਘੇਰਾਬੰਦੀ ਹੋਣੀ ਆ। ਪਰ ਇਹ ਸਭ ਦੇ ਦਰਮਿਆਨ ਵੀ ਕੁਝ ਚੰਗਾ ਹੋਣ ਦੀਆਂ ਉਮੀਦਾਂ ਵੀ ਨੇ। ਜੇਕਰ ਦੇਖਿਆ ਜਾਵੇ ਤਾਂ ਜਿਵੇਂ ਬੜੀ ਜਹਿਦ ਤੋਂ ਬਾਅਦ ਇਹ ਬਜਟ ਸੈਸ਼ਨ ਨੂੰ ਮਨਜ਼ੂਰੀ ਮਿਲੀ ਹੈ। ਪਹਿਲਾਂ ਤਲਖੀ, ਟਵੀਟ, ਚਿੱਠੀਆਂ, ਮੀਡੀਆ, ਫਿਰ ਸੁਪਰੀਮ ਕੋਰਟ ਤੱਕ, ਫਿਰ ਆਖਰ ਬਜਟ ਸੈਸ਼ਨ ਨੂੰ ਮਨਜ਼ੂਰੀ ਮਿਲ ਗਈ। ਹੁਣ ਇਹਦੇ ਵਿੱਚ ਪਤਾ ਲੱਗ ਰਿਹਾ ਕਿ ਆਪਾਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਹਰਪਾਲ ਚੀਮਾ ਹੋਰੀ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਦੇ ਉੱਤੇ ਲੱਗੇ ਹੋਏ ਨੇ ਕਿ ਅਸੀਂ ਬਜਟ ਚੰਗਾ ਪੇਸ਼ ਕਰੀਏ। ਉਹਨਾਂ ਦਾ ਇੱਕ ਤਰ੍ਹਾਂ ਨਾਲ ਸੰਪੂਰਨ ਬਜਟ ਵੀ ਪਹਿਲਾਂ ਹੀ ਹੈ। ਸੋ ਇਸ ਲਈ ਉਹ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਸੀ ਔਰ ਮੈਨੂੰ ਪਤਾ ਲੱਗ ਰਿਹਾ ਜਿੰਦਰ ਜੀ ਇਹਦੇ ਵਿੱਚ ਕੁਝ ਤਜਵੀਜ਼ਾਂ ਤੇ ਨਵਾਂ ਪਹਿਲੂ ਵੀ ਆਉਣਾ ਹੈ। ਜਿਵੇਂ ਖਾਸ ਕਰਕੇ ਇਹਦੇ ਵਿੱਚ ਕਪਾਹ ਹੈ, ਜਿਵੇਂ ਉਹਦੀ 1 ਅਪ੍ਰੈਲ ਤੋਂ ਮੈਨੂੰ ਲੱਗਦਾ ਉਹਨੂੰ ਨਹਿਰੀ ਪਾਣੀ ਦੀ ਹੋ ਜਾਣੀ ਕਿ ਜਿੱਥੇ ਕਪਾਹ ਬੀਜੀ ਜਾਂਦੀ ਹੈ ਉਹਨਾਂ ਨੂੰ ਨਹਿਰੀ ਪਾਣੀ ਉਪਲਬਧ ਕਰਾਇਆ ਜਾਊਗਾ। ਸੋ ਉਹਦੀ ਤਜਵੀਜ਼ ਦੇ ਉੱਤੇ ਵੀ ਹਾਮੀ ਭਰੀ ਜਾਣੀ ਹੈ। ਫਿਰ ਬੀਬੀਆਂ ਨੂੰ 1000 ਰੁਪਇਆ ਦੇਣ ਦਾ ਜਿਹੜਾ ਇਹਨਾਂ ਨੇ ਗਰੰਟੀ ਕੀਤੀ ਹੋਈ ਆ, ਉਹ ਗਰੰਟੀ ਨੂੰ ਪੂਰਾ ਪਤਾ ਨਹੀਂ ਕਦੋਂ ਕਰਨਾ ਹੈ, ਪਰ ਇਹ ਉਮੀਦ ਜ਼ਰੂਰ ਹੈ ਕਿ ਉਹਦੇ ਲਈ ਫੰਡ ਰੱਖਿਆ ਜਾ ਸਕਦਾ। ਆਪਾਂ ਪਹਿਲਾਂ ਵੀ ਇਹਦੀ ਗੱਲ ਕਰ ਚੁੱਕੇ ਹਾਂ ਕਿ ਸ਼ਾਇਦ ਤੈਅ ਹੈ ਕਿ ਹਾਂ ਇੰਨੀ ਕੁ ਦੇਰ 'ਚ ਆਪਾਂ ਇਹਨੂੰ ਚਾਲੂ ਕਰ ਲਾਂਗੇ ਹੌਲੀ ਹੌਲੀ। ਸੋ ਇਸ ਲਈ ਉਹਦੇ ਲਈ ਫੰਡ ਰੱਖਣ ਦੀ ਤਜਵੀਜ਼ ਵੀ ਆ ਸਕਦੀ ਆ। ਇਸੇ ਤਰ੍ਹਾਂ ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਵੀ ਜ਼ੋਰ ਅਜਮਾਇਸ਼ ਦੇ ਵਿੱਚ ਬਜਟ 'ਚ ਕੁਝ ਨਵਾਂ ਲਿਆ ਸਕਦੀ ਆ ਕਿ ਅਸੀਂ ਪੰਜਾਬ ਦੇ ਵਿੱਚ ਹੁਣ ਮੱਛੀ ਪਾਲਣ ਤਾਂ ਕਰਾਵਾਂਗੇ ਨਾਲ ਰੇਸ਼ਮ ਦਾ ਉਤਪਾਦਨ ਵੀ ਕਰਾਵਾਂਗੇ। ਸੋ ਇਸ ਲਈ ਕਿ ਨਵੀਂ ਪਹਿਲ ਕਦਮੀ ਅਸੀਂ ਕਰ ਰਹੇ ਹਾਂ। ਪਰ ਮਾਮਲਾ ਇੱਥੇ ਨਹੀਂ ਰੁਕਣ ਵਾਲਾ। ਜਿੰਦਰ ਜੀ, ਇੱਕ ਮੁੱਦਾ ਲੰਮੇ ਸਮੇਂ ਤੋਂ ਰਿਹਾ ਕਿ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਲਈ ਕੇਂਦਰ ਨਾ MSP ਲਾਉਂਦਾ। ਉਹ ਜਿਹੜੀਆਂ 23 ਫਸਲਾਂ ਤੇ MSP ਲਾਉਂਦਾ ਉਹਨਾਂ 'ਚੋਂ 2 ਜਾਂ 3 ਫਸਲਾਂ ਹੀ MSP ਤੇ ਚੱਕ ਹੁੰਦੀਆਂ, ਬਾਕੀ ਚੱਕ ਨਹੀਂ ਹੁੰਦੇ, ਉਹ ਵੀ 2-3 ਸੂਬਿਆਂ 'ਚ। ਸੋ ਇਸ ਨੂੰ ਲੈ ਕੇ ਕੇਂਦਰ ਦੇ ਉੱਤੇ ਤਾਂ ਹਮੇਸ਼ਾ ਕਿਸਾਨੀ ਮਸਲਿਆਂ ਨੂੰ ਲੈ ਕੇ ਸਵਾਲ ਖੜਾ ਰਿਹਾ, ਪਰ ਸੂਬਿਆਂ ਦੇ ਪਾਲੇ 'ਚ ਵੀ ਕਈ ਵਾਰ ਸਵਾਲ ਪੈਦਾ ਹੁੰਦਾ ਰਿਹਾ ਕਿ ਜੋ ਤੁਸੀਂ ਕਰ ਸਕਦੇ ਹੋ ਉਹ ਤਾਂ ਕਰੋ। ਇਸ ਹਵਾਲੇ ਲਈ ਕੇਰਲਾ ਦੀ ਉਦਾਹਰਨ ਹਮੇਸ਼ਾ ਦਿੱਤੀ ਜਾਂਦੀ ਰਹੀ। ਕੇਰਲਾ ਨੇ ਪਿਛਲੇ ਸਾਲਾਂ ਦੇ ਦਰਮਿਆਨ ਇੱਕ ਯੋਜਨਾ ਦੇ ਤਹਿਤ ਲੋਕਲ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ ਜਾਂ ਸਬਜ਼ੀ ਭਾਜੀ ਜਿਹੜੇ ਪੈਦਾ ਕਰਦੇ ਨੇ ਉਹਨਾਂ ਦੇ ਲਈ ਇੱਕ 12 ਸਬਜ਼ੀਆਂ ਤੇ ਫਲਾਂ ਦੇ ਉੱਤੇ MSP ਐਲਾਨੀ। ਤੇ ਉਹਦਾ ਜ਼ਿਕਰ ਕਿਸਾਨ ਅੰਦੋਲਨ ਦੌਰਾਨ ਵੀ, ਉਹਦਾ ਜ਼ਿਕਰ ਇੱਦਾਂ ਆਪਣੀ ਪੱਤਰਕਾਰਤਾ ਵਾਰਤਾ ਦੌਰਾਨ ਵੀ ਲੰਮੇ ਸਮੇਂ ਤੋਂ ਹੁੰਦਾ ਰਿਹਾ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਿਵੇਂ ਟਮਾਟਰ ਨੇ, ਕੇਲੇ ਹੈ, ਭਿੰਡੀ ਹੈ ਨਾ, ਸੇਬ ਨੇ, ਇੱਦਾਂ ਕੁਝ ਫਲ ਤੇ ਕੁਝ ਸਬਜ਼ੀਆਂ, ਉਹ 12 ਚੀਜ਼ਾਂ ਤੇ ਉਹਨਾਂ ਨੇ ਕਹਿਤਾ ਕਿ ਇਹਦਾ ਰੇਟ ਇੰਨਾ ਹੋਊਗਾ, ਘੱਟੋ ਘੱਟ MSP ਇੰਨੀ ਹੋਏਗੀ, ਉਹ ਤੋਂ ਵੱਧ ਜਿੰਨਾ ਮੰਡੀ 'ਚ ਵਿਕਦਾ ਵੇਚ ਲਓ,
ਜੇ ਉਹ ਤੋਂ ਘੱਟ ਨਹੀਂ ਵਿਕੇਗਾ, ਜੇਕਰ ਘੱਟ ਵਿਕਦਾ ਹੈ ਤਾਂ ਸਰਕਾਰ ਉਹ ਭਰਪਾਈ ਕਰੇਗੀ। ਸੋ ਉਸ ਪਹਿਲ ਕਦਮੀ ਨੂੰ ਪੰਜਾਬ ਸਰਕਾਰ 'ਚ ਪਹਿਲਾਂ ਵੀ ਮੁੱਦਾ ਰਿਹਾ, ਪਿਛਲੀਆਂ ਸਰਕਾਰ ਸਮੇਂ ਵੀ ਸਵਾਲ ਉੱਠੇ, ਨਵਜੋਤ ਸਿੱਧੂ ਵੀ ਇਹਦਾ ਜ਼ਿਕਰ ਕਰਦੇ ਰਹੇ, ਭਗਵੰਤ ਮਾਨ ਵੀ ਇਹਦਾ ਜ਼ਿਕਰ ਕਰਦੇ ਰਹੇ। ਮੈਨੂੰ ਪਤਾ ਲੱਗ ਰਿਹਾ ਕਿ ਇਸ ਵਾਰ ਦੇ ਬਜਟ ਸੈਸ਼ਨ ਦੇ ਵਿੱਚ ਚੰਗੀ ਤਜਵੀਜ਼ ਆਉਣ ਦੀ ਆਸ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੇ ਉੱਤੇ MSP ਮਿਲ ਜਾਵੇ ਜੀ। ਹੁਣ ਇਹਦੇ ਵਿੱਚ ਪਹਿਲ ਕਦਮੀ ਇਹ ਹੈ ਕਿ ਉਹਨਾਂ ਵਾਂਗ 12 ਦੀ ਤਾਂ ਨਹੀਂ ਉਮੀਦ, ਪਤਾ ਲੱਗ ਰਿਹਾ ਕਿ ਸ਼ਾਇਦ 3 ਆਵੇ ਪਹਿਲੀਆਂ ਜੀ। ਉਹ 'ਚ ਗੋਭੀ ਆ ਸਕਦੀ ਹੈ, ਉਹ 'ਚ ਆਲੂ ਤੇ ਟਮਾਟਰ ਜੀ। ਹੁਣ ਇਹਦੇ ਵਿੱਚ ਇਹ ਹੈ ਕਿ ਸਰਕਾਰ ਦੀ ਮਨਸ਼ਾ ਤਾਂ ਇਹ ਹੈ ਕਿ ਪੰਜਾਬ 'ਚ ਗੋਭੀ ਬਹੁਤ ਵੱਡੀ ਪੱਧਰ ਤੇ ਪੈਦਾ ਹੁੰਦੀ ਹੈ, ਆਲੂ ਔਰ ਟਮਾਟਰ ਦੀ ਖੇਤੀ ਖਾਸੀ ਹੁੰਦੀ ਹੈ ਕਿ ਤਾਂ ਕਿ ਉਹਨਾਂ ਦੇ ਕਿਸਾਨਾਂ ਨੂੰ ਕਦੇ ਸੜਕਾਂ ਤੇ ਨਾ ਸਿੱਟਣੀ ਪਵੇ, ਪਸ਼ੂਆਂ ਨੂੰ ਨਾ ਪਾਉਣੇ ਪੈ ਜਾਣ, ਉਹਦਾ ਮੁੱਲ ਸਹੀ ਮਿਲ ਜਾਵੇ। ਇਸ ਦੇ ਲਈ ਸਰਕਾਰ ਇਹ ਤਜਵੀਜ਼ ਰੱਖ ਰਹੀ ਹੈ। ਪਰ ਕੀ ਇਹ ਸਿਰਫ ਐਲਾਨਨਾਮਾ ਹੋਏਗਾ ਜੀ? ਕੀ ਇਹ ਸਿਰਫ ਮਤਲਬ ਕਿ ਬਜਟ 'ਚ ਦਿਖਾਉਣ ਲਈ ਇੱਕ ਤਜਵੀਜ਼ ਹੋਏਗੀ? ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੀ ਕੋਈ ਠੋਸ ਨੀਤੀ ਹੈ? ਕਿਉਂਕਿ ਜਤਿੰਦਰ ਜੀ, ਪੰਜਾਬ 'ਚ ਇੱਕ ਮੁੱਦਾ ਰਿਹਾ ਕਿ ਮੰਡੀਆਂ 'ਚ ਕਣਕ ਤੇ ਝੋਨੇ ਤੇ MSP ਮਿਲਦੀ ਹੈ, ਉਹਦੀ ਆੜ ਦੇ ਵਿੱਚ ਵਪਾਰੀ, ਬਾਹਰਲੇ ਕਾਰੋਬਾਰੀ, ਬਾਹਰਲੇ ਮੰਡੀਆਂ ਤੋਂ ਲਿਆਉਣ ਵਾਲੇ, ਸ਼ੈਲਰਾਂ ਵਾਲੇ, ਉਹ ਇੱਥੇ ਲਿਆ ਕੇ ਕਣਕ ਝੋਨਾ ਹੋਰ ਸੂਬਿਆਂ ਤੋਂ ਸਸਤਾ ਖਰੀਦ ਕੇ ਇੱਥੇ MSP ਤੇ ਵੇਚ ਜਾਂਦੇ ਨੇ ਤੇ ਮੋਟੀ ਕਮਾਈ ਕਰ ਜਾਂਦੇ। ਜਿਹਦੇ ਕੋਲ ਖੇਤ ਨਹੀਂ, ਜਿਹਨੇ ਮਿਹਨਤ ਨਹੀਂ ਕੀਤੀ, ਉਹ ਕਮਾਈ ਕਰਕੇ ਚਲਾ ਜਾਂਦਾ ਤੇ ਕਿਸਾਨ ਵਿਚਾਰਾ ਬੈਠਾ ਹੁੰਦਾ ਕਿ ਮੇਰੀ ਵਾਰੀ ਪਤਾ ਨਹੀਂ ਕਦੋਂ ਆਉਣੀ। ਸੋ ਇਸ ਲਈ ਇੱਥੇ ਵੀ ਇਹ ਪਹਿਲੂ ਖੜਾ ਕਿ ਪੰਜਾਬ ਦੇ ਨਾਲ ਹਿਮਾਚਲ ਦੀ ਸਰਹੱਦ ਲੱਗਦੀ ਹੈ ਔਰ ਹਿਮਾਚਲ 'ਚ ਬਹੁਤ ਵੱਡੇ ਪੱਧਰ ਤੇ ਖਾਸ ਕਰ ਪੰਜਾਬ ਦੀ ਆ ਚੰਡੀਗੜ੍ਹ ਤੋਂ ਲੈ ਕੇ ਆ ਸਾਰੀ ਬੈਲਟ ਆ ਜਿਹੜੀ, ਇਸ ਬੈਲਟ ਦੇ ਵਿੱਚ ਲਗਾਤਾਰ ਟਮਾਟਰ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ। ਬੇਸ਼ੱਕ ਉਹਦੇ ਵਿੱਚ ਇਕੱਲੇ ਹਿਮਾਚਲੀ ਉਹ ਨਹੀਂ ਕਰਦੇ ਟਮਾਟਰ ਦੀ ਖੇਤੀ, ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੀ ਉੱਥੇ ਜਾ ਕੇ ਲੀਜ਼ ਤੇ ਖੇਤ ਲਏ ਹੋਏ ਨੇ, ਉਹ ਵੀ ਕਰਦੇ ਨੇ। ਪਰ ਇਹ ਹੈ ਕਿ ਕੀ ਉਹਨਾਂ ਦਾ ਟਮਾਟਰ ਤਾਂ ਨਹੀਂ ਆ ਕੇ ਉਰੇ ਵਿਕਣ ਲੱਗ ਜੂਗਾ MSP ਤੇ, ਸਾਡੇ ਵਾਲਾ ਫਿਰ ਰਹਿ ਜਾਵੇ। ਸੋ ਇਸ ਲਈ ਇਹ ਵੀ ਕੋਈ ਗੌਰ ਕਰਨ ਵਾਲੀ ਗੱਲ ਹੋਗੀ। ਜਿਵੇਂ ਤੁਸੀਂ ਕਹਿੰਦੇ ਹੋ ਨਾ, ਸ਼ਰਾਬ ਦੀ ਤਸਕਰੀ, ਕਿਤੇ ਕੱਲ੍ਹ ਨੂੰ ਪਤਾ ਲੱਗਿਆ ਆਲੂ ਪਿਆਜ਼ ਟਮਾਟਰਾਂ ਦੀ ਹੈ ਨਾ, ਗੋਭੀ ਦੀ ਤਸਕਰੀ ਸ਼ੁਰੂ ਹੋ ਗਈ। ਸੋ ਇਹਦੇ ਤੇ ਗੌਰ ਕਰਨ ਵਾਲੀ ਗੱਲ। ਇਹਦੇ ਨਾਲ ਜੁੜਿਆ ਮਸਲਾ ਕਿ ਕੀ ਸਰਕਾਰ ਇਸ ਬਜਟ ਸੈਸ਼ਨ ਦੇ ਵਿੱਚ ਬਾਘਾ ਬਾਰਡਰ ਖੋਲ੍ਹਣ ਦੀ, ਹਸੈਣੀ ਵਾਲਾ ਬਾਰਡਰ ਖੋਲ੍ਹਣ ਦੀ ਗੱਲ ਕਰੇਗੀ ਕਿ ਭਾਈ ਉਹ ਖੋਲ ਦਿਓ, ਫਿਰ ਤਾਂ ਬਾਹਰ ਨਹੀਂ ਆ ਰਹੇ ਨੇ ਪੰਜਾਬ ਦੇ, ਜੇਕਰ ਐਂ ਸਬਜ਼ੀਆਂ ਦਾ ਉੱਧਰ ਜਾਣ ਲੱਗ ਜਾਣ, ਐਂ ਉੱਧਰ ਕਣਕ ਜਾਣ ਲੱਗ ਜਾਵੇ ਸਾਡੀ। ਸੋ ਇਸ ਲਈ ਮੁੱਲ ਵੀ ਸਹੀ ਮਿਲਣ ਲੱਗ ਜਾਵੇ, ਕੀ ਉਹਦੇ ਪਰ ਗੱਲ ਹੋਏਗੀ? ਪਰ ਪਤਾ ਲੱਗ ਰਿਹਾ ਕਿ ਇਸ ਵਾਰ ਸੂਬੇ ਦੇ ਵਿੱਚ ਗੋਭੀ ਤੇ ਟਮਾਟਰ ਤੇ ਔਰ ਮਤਲਬ ਕਿ ਤੀਸਰੀ 3 ਚੀਜ਼ਾਂ ਦੇ ਉੱਤੇ, ਗੋਭੀ, ਟਮਾਟਰ ਔਰ ਆਲੂ, ਇਹਨਾਂ ਤਿੰਨਾਂ ਦੇ ਉੱਤੇ MSP ਦੀ ਇੱਕ ਦਰ ਤੈਅ ਕਰਨ ਦੀ ਤਜਵੀਜ਼ ਹੈ। ਔਰ ਸਰਕਾਰ ਇਹ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਇੱਕ ਕਦਮ ਅੱਗੇ ਜੇ ਵਧੀ ਤਾਂ ਹੋਰ ਚੰਗਾ ਹੋਏਗਾ। ਕਿਉਂਕਿ ਸਵਾਲ ਇਹ ਕਿ ਤਾਂ ਕਹਿ ਦੇਣਗੇ ਕਿ ਇਹ ਤੋਂ ਘੱਟ ਨਹੀਂ, ਪਰ ਜੇ ਬਾਜ਼ਾਰ 'ਚ ਇਹ ਤੋਂ ਘੱਟ ਵਿਕਦੀ ਹੈ ਤਾਂ ਸਰਕਾਰ ਉਹ ਭਰਪਾਈ ਕਰਨ ਲਈ ਕਿੰਨਾ ਫੰਡ ਰੱਖਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਦੂਸਰਾ ਇੱਕ ਹੋਰ ਵੱਡਾ ਪਹਿਲੂ ਪਿਆ ਪੰਜਾਬ ਦੇ ਵਿੱਚ, ਜਤਿੰਦਰ ਜੀ, ਮਾਰਕਫੈਡ ਹੈਗੀ ਹੈ, ਪੰਜਾਬ 'ਚ ਮੰਡੀ ਬੋਰਡ ਹੈਗਾ, ਹੈ ਨਾ, ਪੰਜਾਬ ਦੇ ਵਿੱਚ ਇਸ ਤਰ੍ਹਾਂ ਪੰਜਾਬ ਐਗਰੋ ਹੈਗਾ। ਸੋ ਉਹਨਾਂ ਦੇ ਰਾਹੀਂ ਤੁਹਾਡੇ ਕੋਲ ਇੱਕ ਸਪਲਾਈ ਚੇਨ ਹੈਗੀ ਹੈ, ਸਮਾਨ ਖਰੀਦ ਕੇ ਸਾਂਭਣਾ, ਪਹੁੰਚਾਉਣ ਦੀ ਇੱਕ ਅਧਿਕਾਰੀ ਹੈਗੇ, ਮੁਲਾਜ਼ਮ ਹੈਗੇ, ਇੱਕ ਰੋਡ ਮੈਪ ਹੈਗਾ। ਫਿਰ ਕਿਉਂ ਨਹੀਂ ਪੰਜਾਬ ਸਰਕਾਰ ਇਸ ਕੰਮ ਤੇ ਪਹਿਲ ਕਦਮੀ ਕਰਦੀ ਕਿ ਭਾਈ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਕਿੰਨੇ ਟਮਾਟਰ ਆਉਣਗੇ, ਕਿੰਨੇ ਆਲੂ ਆਉਣਗੇ, ਕਿੰਨੀ ਗੋਭੀ ਆਊਗੀ। ਇਸੇ ਤਰ੍ਹਾਂ ਹੋਰ ਚੀਜ਼ਾਂ ਜਿੰਨੀਆਂ ਪੰਜਾਬ ਦੀਆਂ ਸਰਕਾਰੀ ਸੰਬੰਧਿਤ ਕੰਟੀਨਾਂ ਨੇ, ਚਾਹੇ ਉਹ ਮਿਡ ਡੇ ਮੀਲ ਲਈ ਖਾਣਾ ਬਣਦਾ, ਚਾਹੇ ਉਹ ਜੇਲ੍ਹਾਂ ਲਈ ਪੰਜਾਬ ਦੀਆਂ ਜੇਲ੍ਹਾਂ 'ਚ ਖਾਣਾ ਬਣਦਾ, ਚਾਹੇ ਉਹ ਪੰਜਾਬ ਦੀਆਂ ਕਚਹਿਰੀਆਂ 'ਚ ਕੰਟੀਨਾਂ ਨੇ, ਚਾਹੇ ਪੰਜਾਬ ਦੇ ਸਕੱਤਰੇਤ, ਸੈਕਟਰੀਏਟ, ਪੁਲਿਸ ਥਾਣੇ, ਜ਼ਿਲ੍ਹਾ ਕੰਪਲੈਕਸ, ਉਹਨਾਂ ਸਾਰੀਆਂ ਦੀ ਕੰਟੀਨਾਂ ਨੇ, ਕਾਲਜਾਂ ਦੀਆਂ, ਸਰਕਾਰੀ ਕਾਲਜਾਂ ਦੀਆਂ ਕੰਟੀਨਾਂ ਨੇ, ਉੱਥੇ ਸਾਰੇ ਇਹ ਪਹੁੰਚਾਉਣ ਮਾਲ ਕਿ ਭਾਈ ਸਾਨੂੰ ਆਰਡਰ ਦਿਓ, ਇੱਕ ਦਿਨ ਪਹਿਲਾਂ ਕਿਸਾਨਾਂ ਦਾ ਆ ਜਾਵੇ ਕਿ ਭਾਈ ਇੰਨਾ ਮਾਲ ਕੱਲ੍ਹ ਨੂੰ ਆਊਗਾ, ਦੂਏ ਦਿਨ ਦਾ ਆਰਡਰ ਉੱਧਰੋਂ ਲਿਆ ਹੋਵੇ, ਇੱਕ ਦਿਨ ਦਾ ਮਾਲ ਉੱਧਰ ਦੂਏ ਦਿਨ ਪਹੁੰਚਾਈ ਜਾਓ। ਸੋ ਇਸ ਤਰ੍ਹਾਂ ਦੀ ਇੱਕ ਚੇਨ ਬਣਾ ਕੇ ਸਰਕਾਰ ਕਿਸਾਨਾਂ ਨੂੰ ਹੋਰ ਫਾਇਦਾ ਵੀ ਦੇ ਸਕਦੀ ਆ ਔਰ ਆਹ ਜਿਹੜੇ ਵਿਭਾਗ ਮਰ ਰਹੇ ਨੇ, ਜਿਹੜੇ ਦਮ ਤੋੜ ਰਹੇ ਨੇ, ਉਹਨਾਂ 'ਚ ਜਾਨ ਵੀ ਪੈ ਸਕਦੀ ਆ। ਸੋ ਇਸ ਲਈ ਚੰਗੇ ਹੋਣ ਦੀ ਆਸ ਆ ਕਿ ਸਬਜ਼ੀਆਂ ਦੇ ਉੱਤੇ MSP ਦੀ ਤਜਵੀਜ਼ ਆ ਸਕਦੀ ਆ। ਪਰ ਉਹ ਤਜਵੀਜ਼ ਕਿੰਨੀ ਕੁ ਠੋਸ ਹੋਊਗੀ? ਰੇਸ਼ਮ ਪੈਦਾ ਕਰਨ ਦੇ ਉੱਤੇ ਉਹਦੀ, ਹੈ ਨਾ, ਇਸੇ ਤਰ੍ਹਾਂ ਮਤਲਬ ਕਿ ਮੱਛੀ ਪਾਲਣ ਦੇ ਉੱਤੇ, ਇਸੇ ਤਰ੍ਹਾਂ ਕਪਾਹ ਵਾਲਿਆਂ ਦੇ ਮਸਲਿਆਂ ਦੇ ਉੱਤੇ ਕੁਝ ਚੰਗੀਆਂ ਤਜਵੀਜ਼ਾਂ ਆਉਣ ਦੀ ਉਮੀਦ ਹੈ। ਪਰ ਇਹਦੇ ਨਾਲੋਂ ਵੀ ਵੱਡੀ ਚਿੰਤਾ ਸਰਕਾਰ ਨੂੰ ਇਹ ਹੈ ਕਿ ਵਿਰੋਧੀਆਂ ਨੇ ਘੇਰਨਾ ਬਹੁਤ ਬੁਰੀ ਤਰ੍ਹਾਂ। ਮੁੱਦੇ ਕਈ ਨੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ, ਪੰਜਾਬ ਦੇ ਵਿੱਚ ਨਾਕਾਮੀਆਂ ਨੂੰ ਲੈ ਕੇ, ਸਰਕਾਰ ਦੇ ਆਪਣੇ ਮੰਤਰੀਆਂ ਤੋਂ ਲੈ ਕੇ MLA ਫਸਣ ਨੂੰ ਲੈ ਕੇ, ਪੰਜਾਬ ਦਿੱਲੀ ਤੋਂ ਚੱਲਦਾ ਉਹਦੇ ਹਵਾਲੇ ਨਾਲ ਕਿੰਨੇ ਸਵਾਲ ਵੀ ਖੜੇ ਨੇ, ਉਹਨਾਂ ਦੇ ਜਵਾਬ ਲਈ ਵੀ ਸਰਕਾਰ ਨੂੰ ਤਿਆਰ ਰਹਿਣਾ ਪੈਣਾ। ਬਿਲਕੁਲ। ਤਾਂ ਦੀਪ ਜੀ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪੰਜਾਬ ਦੇ ਮੁੱਦੇ ਕਾਫੀ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਵੀ ਜ਼ਰੂਰੀ ਹੈ, ਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਗਏ ਸੀ ਤੇ ਗ੍ਰਹਿ ਮੰਤਰਾਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਪੰਜਾਬ ਦੇ ਭਖ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਚਰਚਾ ਕੀਤੀ ਹੈ ਤੇ ਨਾਲ ਹੀ ਅਜਨਾਲਾ ਘਟਨਾ ਨੂੰ ਲੈ ਕੇ ਵੀ ਕਹਿੰਦੇ ਕਿ ਸੁਰੱਖਿਆ ਦਸਤਿਆਂ ਦੀ ਮੰਗ ਕੀਤੀ ਹੈ ਉਹਨਾਂ ਨੇ ਉਸ ਤੋਂ ਬਾਅਦ, ਕਿਉਂਕਿ ਕਹਿੰਦੇ ਮੰਗਣੀ ਦਾ ਬੰਦੀ ਸਿੰਘਾਂ ਦੀ ਰਿਹਾਈ ਸੀ, ਪਰ ਪੰਜਾਬ ਦੇ ਲਈ ਸੁਰੱਖਿਆ ਦਸਤਿਆਂ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਹੈ। ਹੋਰ ਕੀ ਕੁਝ ਖਾਸ ਰਿਹਾ ਉਸ ਮੀਟਿੰਗ ਦੇ ਵਿੱਚ? 40 ਮਿੰਟ ਦੀ ਬੈਠਕ ਹੈ ਇਹ ਜੀ।
40 ਮਿੰਟ ਦੀ ਬੈਠਕ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਚੰਡੀਗੜ੍ਹ 'ਚ ਕਿਸੇ ਸਮੇਂ ਸਾਡਾ ਐਸਐਸਪੀ ਹੁੰਦਾ ਸੀ ਜੀ, ਉਹ ਮੁੜ ਕੇ ਬਹਾਲ ਕਰੋ। ਸੋ ਇਹ ਪੰਜਾਬ ਪੱਖੀ ਮੰਗ ਸੀ, ਪਰ ਹਕੀਕਤ ਇਹ ਹੈ ਜਤਿੰਦਰ ਜੀ ਕਿ ਅੱਜ ਦੇ ਟਾਈਮ 'ਚ ਚੰਡੀਗੜ੍ਹ 'ਚ ਪੰਜਾਬ ਦੇ ਕੈਡਰ ਦਾ ਐਸਐਸਪੀ ਹੋਣਾ ਵੀ ਡੰਮੀ ਅਹੁਦਾ ਹੀ ਹੈ, ਕਿਉਂਕਿ ਕਿਸੇ ਸਮੇਂ ਸਭ ਤੋਂ ਸਿਰਮੌਰ ਅਹੁਦਾ ਸੀ ਇਹ। ਉਸ ਤੋਂ ਬਾਅਦ ਬੜੇ ਸ਼ਾਤਰਾਨਾ ਤਰੀਕੇ ਨਾਲ ਕੇਂਦਰ ਨੇ ਇਹਦੇ ਉੱਤੇ ਆਪਣੇ ਅਹੁਦੇਦਾਰ ਹੋਰ ਬਿਠਾਤੇ ਤੇ ਉਹ ਐਸਐਸਪੀ ਦਾ ਉਹਦਾ ਇੱਕ ਡੰਮੀ ਅਹੁਦਾ ਬਣ ਕੇ ਰਹਿ ਗਿਆ। ਸੋ ਇਸ ਲਈ ਬੇਸ਼ੱਕ ਪਰ ਉਹਦਾ ਹੀ ਮੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਚੰਗਾ ਲੱਗਿਆ ਕਿ ਹਾਂ ਤੁਸੀਂ ਪੰਜਾਬ ਦੀ ਗੱਲ ਕੀਤੀ। ਇਸੇ ਤਰ੍ਹਾਂ ਪੰਜਾਬ ਦੇ ਜਿਹੜਾ ਪੇਂਡੂ ਵਿਕਾਸ ਫੰਡ ਰੋਕਿਆ ਉਹਦੀ ਗੱਲ ਕੀਤੀ, ਲੱਗਿਆ ਕਿ ਪੰਜਾਬ ਪੱਖੀ ਗੱਲ ਕੀਤੀ। ਪਰ ਜਿੱਦਾਂ ਹੀ ਉਹਨਾਂ ਨੇ ਗੇਅਰ ਬਦਲਿਆ ਇਸ ਮੀਟਿੰਗ ਦੇ ਵਿੱਚ, ਉਸ ਨੂੰ ਲੈ ਕੇ ਇੱਕ ਨਵਾਂ ਸਵਾਲ ਖੜਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ G20 ਨੂੰ ਲੈ ਕੇ ਜੀ ਸਮਾਗਮ ਹੋਣੇ ਨੇ, ਬੈਠਕਾਂ ਹੋਣੀਆਂ ਨੇ, ਪੰਜਾਬ 'ਚ ਹੋਲਾ ਮਹੱਲਾ ਆ ਗਿਆ ਜੀ, ਪੰਜਾਬ ਦੇ ਵਿੱਚ ਜੀ ਆਹ ਅਜਨਾਲੇ ਵਾਲਾ ਕਾਂਡ ਹੋ ਗਿਆ ਜੀ, ਪੰਜਾਬ 'ਚ ਗੈਂਗਸਟਰ ਬਹੁਤ ਨੇ ਜੀ, ਇਸ ਲਈ ਸਾਨੂੰ ਜੀ ਨੀਮ ਫੌਜੀ ਦਸਤਿਆਂ ਦੀਆਂ ਟੀਮਾਂ ਦਿਓ ਜੀ। ਤੇ ਉਹਨਾਂ ਨੇ 18 ਕੰਪਨੀਆਂ ਭੇਜਦੀਆਂ ਸੁਰੱਖਿਆ ਦਸਤਿਆਂ ਦੀਆਂ। ਅਮਿਤ ਸ਼ਾਹ ਤਾਂ ਤਿਆਰ ਬੈਠਾ ਕਿ ਪੰਜਾਬ ਤਾਂ ਕਿਸ ਤਰ੍ਹਾਂ ਕੰਟਰੋਲ ਕਰਨਾ, ਕਿ ਲੋਕ ਕਹਿੰਦਾ ਚੱਕੋ ਜੀ ਹੁਣੇ, ਤੁਸੀਂ ਕੱਲ ਕਹਿੰਦੇ ਹੋ ਅਸੀਂ ਅੱਜੇ ਭੇਜਦੇ ਹਾਂ। ਸੋ 6 ਤਰੀਕ ਤੋਂ ਲੈ ਕੇ 16 ਤਰੀਕ ਤੱਕ ਦੇ ਲਈ ਬਕਾਇਦਾ ਤੌਰ ਤੇ 18 ਕੰਪਨੀਆਂ 'ਚ 2000 ਕੇਂਦਰੀ ਏਜੰਸੀਆਂ ਦੇ ਮੁਲਾਜ਼ਮ ਪੰਜਾਬ ਨੂੰ ਤੋਰਤੇ। ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਕਿਹਾ ਕਿ ਜੀ ਗਵਾਂਢੀ ਮੁਲਕ ਤੋਂ ਡਰੋਨ ਆਉਂਦੇ ਨੇ ਜੀ, ਹਥਿਆਰ ਆਉਂਦੇ ਨੇ ਜੀ, ਨਸ਼ਾ ਆਉਂਦਾ ਹੈ ਜੀ, ਇਸ ਲਈ ਜੀ ਮਤਲਬ ਕਿ ਬਹੁਤ ਮਾੜਾ ਹਾਲ ਹੈ ਜੀ, ਉਧਰੋਂ ਪਾਕਿਸਤਾਨ ਦਾ ਧੱਕਾ ਕਰਦਾ ਜੀ, ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ, ਤੁਸੀਂ ਔਰ ਆਪਾਂ ਮਿਲ ਕੇ ਕੰਮ ਕਰਾਂਗੇ ਜੀ। ਸਵਾਲ ਇਹ ਹੈ ਕਿ ਇਹ ਬੋਲੀ ਕੈਪਟਨ ਅਮਰਿੰਦਰ ਵਾਲੀ ਨਹੀਂ, ਸਵਾਲ ਇਹ ਹੈ ਕਿ ਇਹ ਬੋਲੀ ਭਾਜਪਾ ਵਾਲੀ ਨਹੀਂ। ਜਿਨ੍ਹਾਂ ਕੋਲ ਤੁਸੀਂ ਰੋਣਾ ਰੋ ਰਹੇ ਹੋ ਪਾਕਿਸਤਾਨ ਦੇ ਖਿਲਾਫ, ਉਹਨਾਂ ਕੋਲ ਸ਼ਿਕਾਇਤ ਕਰੋ ਉਹਨਾਂ ਦੀ ਕਿ ਭਾਈ ਤੁਸੀਂ ਦਮ ਭਰਦੇ ਹੋ ਕਿ ਸਰਹੱਦ ਦੀ ਸੁਰੱਖਿਆ ਅਸੀਂ ਕਰਦੇ ਹਾਂ, ਅਸੀਂ ਲਾਈਆਂ ਨੇ ਆਪਣੀਆਂ ਟੀਮਾਂ, ਸਾਡੇ ਕੰਟਰੋਲ 'ਚ, ਤੇ ਜੇ ਉਹਦੇ ਬਾਵਜੂਦ ਵੀ ਪੰਜਾਬ 'ਚ ਨਸ਼ਾ ਆਉਂਦਾ ਹੈ, ਪੰਜਾਬ 'ਚ ਹਥਿਆਰ ਆਉਂਦੇ ਨੇ, ਪੰਜਾਬ ਦੇ ਵਿੱਚ ਡਰੱਗ ਆਉਂਦੀ ਆ, ਪੰਜਾਬ 'ਚ ਬੇਨੀਮਾ ਪੈਸਾ ਆਉਂਦਾ ਹੈ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਫਿਰ? ਕੇਂਦਰ। ਗਵਾਂਢੀਆਂ ਦੀ ਕਰਤੂਤ ਤਾਂ ਤੁਸੀਂ ਜਾਣਦੇ ਹੋ, ਤੇ ਸਰਹੱਦ ਦੀ ਰਾਖੀ ਲਈ ਜੇ ਕੇਂਦਰ ਕਹਿੰਦਾ ਕਿ ਆਪਣੀ ਪਿੱਠ ਥਾਪੜਦੇ ਨੇ ਅਮਿਤ ਸ਼ਾਹ ਔਰ ਮੋਦੀ ਹੋਣੀ, ਫਿਰ ਉਹਨਾਂ ਨੂੰ ਕਹੋ ਨਾ ਕਿ ਪ੍ਰਧਾਨ ਮੰਤਰੀ ਜੀ, ਗ੍ਰਹਿ ਮੰਤਰੀ ਜੀ, ਤੁਹਾਡੇ ਰਾਹ 'ਚ ਕੀ ਹੁੰਦਾ ਹੈ, ਤੇ ਤੁਸੀਂ ਉਹਨਾਂ ਕੋਲ ਜਾ ਕੇ ਰੋ ਰਹੇ ਹੋ, ਤੇ ਅਗਲਿਆਂ ਨੇ ਤਾਂ ਟੀਮ ਭੇਜਤੀ। ਹੁਣ ਪੰਜਾਬ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਅਸੀਂ ਜੀ ਇੱਕ ਸੈਕੰਡ ਲੇਨ ਬਣਾਤੀ, ਸੈਕੰਡ ਦੀਵਾਰ ਬਣਾਤੀ ਕਿ ਸਾਡੇ ਪੁਲਿਸ ਦੇ ਜਵਾਨ ਵੀ ਤੈਨਾਤ ਰਹਿਣਗੇ। ਪਤਾ ਇਹ ਵੀ ਲੱਗਿਆ ਕਿ ਖੁਫੀਆ ਟੀਮ ਵੀ ਤਿਆਰ ਕਰ ਲਈ। ਸੋ ਜੇਕਰ ਇਹ ਸਾਰੀ ਤਜਵੀਜ਼ ਹੈਗੀ ਆ ਤਾਂ ਉਹਦੇ ਤਹਿਤ ਕੁਝ ਨਤੀਜੇ ਸਾਹਮਣੇ ਆ ਜਾਣਗੇ ਚੰਗੇ। ਪਰ ਇਸ ਤਰ੍ਹਾਂ ਉੱਥੇ ਜਾ ਕੇ ਮਤਲਬ ਇੱਕ ਤਰ੍ਹਾਂ ਨਾਲ ਕੇਂਦਰ ਨੂੰ ਸਵਾਲ ਕਰਨ ਦੀ ਬਜਾਏ ਤੁਸੀਂ ਸਿਰਫ ਨਾਕਾਮੀਆਂ ਗਣਾ ਕੇ ਆਮੋ, ਤਾਂ ਕਦੇ ਕਦੇ ਲੱਗਦਾ ਕਿ ਕੈਪਟਨ ਵਾਲੀ ਬੋਲੀ ਹੋਇਆ, ਜਾਂ ਕੇਂਦਰ ਨੂੰ ਸਵਾਲ ਕਰਨ ਤੋਂ ਕੀ ਸਰਕਾਰ, ਪੰਜਾਬ ਸਰਕਾਰ ਡਰਨ ਲੱਗੀ ਹੈ। ਹੁਣ ਸਵਾਲ ਹੈ ਬੰਦੀ ਸਿੰਘਾਂ ਵਾਲਾ। ਜਤਿੰਦਰ ਜੀ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਤਾਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਦੀ ਆ, ਤੇ ਉੱਥੇ ਉਹ ਦਮ ਭਰਦੀ ਆ ਕਿ ਤੁਹਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਤਾਂ ਅਸੀਂ ਪਹਿਲਾਂ ਹੀ ਅਮਿਤ ਸ਼ਾਹ ਕੋਲ ਪਹੁੰਚਾਇਆ ਹੋਇਆ ਜੀ, ਤੇ ਜੇ ਪਹਿਲਾਂ ਹੀ ਪਹੁੰਚਾਇਆ ਹੋਇਆ, ਦੂਏ ਦਿਨ ਮੁੱਖ ਮੰਤਰੀ ਸਾਹਿਬ ਪਹੁੰਚ ਗਏ, ਤੇ ਮੁੱਖ ਮੰਤਰੀ ਸਾਹਿਬ ਕੱਲ ਪੁੱਛ ਲੈਂਦੇ ਕਿ ਪੁਰਾਣੀ ਫਾਈਲ ਦੇ ਗਈ ਸੀ ਜੀ, ਉਹਦਾ ਕੀ ਬਣਿਆ? ਕੀ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਗੌਰ ਕੀਤਾ? ਕੀ ਤੁਸੀਂ ਉਸ ਫੈਸਲੇ ਤੇ ਅੱਗੇ ਵਧੋਗੇ? ਕਿ ਸਾਨੂੰ ਵੀ ਨਾਲ ਧਰਨਿਆਂ 'ਚ ਤਾਂ ਨਹੀਂ ਬੈਠਣਾ ਪੈ ਜਾਊਗਾ, ਤੁਸੀਂ ਨਹੀਂ ਸੁਣਨਾ? ਕੀ ਇਹੋ ਜਿਹਾ ਕੋਈ ਸਵਾਲ ਕੀਤਾ? ਇਹ ਗੱਲ ਅਜੇ ਕਿਤੇ ਸਾਹਮਣੇ ਨਹੀਂ ਆਈ ਜੀ। ਸੋ ਮੰਗਣੀ ਤਾਂ ਬੰਦੀ ਸਿੰਘ ਕੱਲ ਤੱਕ ਤਾਂ ਇਹ ਕਹਿੰਦੇ ਸੀ ਕਿ ਰਾਸ਼ਟਰਪਤੀ ਤੱਕ ਵੀ ਜਾਵਾਂਗੇ ਅਸੀਂ ਜੀ, ਤੇ ਤੁਸੀਂ ਅਮਿਤ ਸ਼ਾਹ ਦੇ ਗਏ ਹੋ, ਸਵਾਲ ਤਾਂ ਕਰੋ, ਪੁੱਛੋ ਤਾਂ ਸਹੀ। ਜੇ ਤੁਸੀਂ ਨਹੀਂ ਬੋਲਦੇ, ਨਹੀਂ ਪੁੱਛਦੇ, ਉਲਟਾ ਆ ਕੇ ਟਵੀਟ ਕਰਦੇ ਹੋ ਕਿ ਸ਼ਾਂਤੀ ਦੇ ਲਈ, ਕਾਨੂੰਨੀ ਪ੍ਰਬੰਧਾਂ ਦੇ ਲਈ ਅਸੀਂ ਮਿਲ ਕੇ ਕੰਮ ਕਰਾਂਗੇ ਕੇਂਦਰ ਤੇ ਅਸੀਂ, ਉਹ ਤਾਂ ਸਾਰਿਆਂ ਨੂੰ ਪਤਾ, ਪਹਿਲਾਂ ਬਾਦਲ ਤੇ ਕੈਪਟਨ ਵੀ ਮਿਲ ਕੇ ਕਰਦੇ ਸੀ, ਬਾਦਲਾਂ ਦੇ ਵੀ ਦਿੱਲੀ ਨਾਲ ਸਾਂਝ ਚੰਗੀ ਸੀ, ਕੈਪਟਨ ਦੀ ਵੀ ਮੋਦੀ ਨਾਲ ਸਾਂਝ ਚੰਗੀ ਰਹੀ ਆ। ਸੋ ਕਿਤੇ ਉਹੀ ਜੀ ਸਾਂਝ ਤਾਂ ਨਹੀਂ ਪੈ ਰਹੀ, ਸੋ ਉਹ ਮਿਲ ਵਰਤਨ ਤਾਂ ਨਹੀਂ ਵੱਧ ਰਿਹਾ ਕਿ ਨਾ ਈਡੀ ਨੂੰ, ਸੀਬੀਆਈ ਨੂੰ ਦਿੱਲੀ ਤੱਕ ਰੱਖਿਓ, ਸਿਸੋਦੀਆ ਕੇਜਰੀਵਾਲ ਤੱਕ ਰੱਖਿਓ, ਇੱਧਰ ਨੂੰ ਨਾ ਭੇਜੋ, ਕਿਉਂਕਿ ਖੌਫ ਪਿਆ ਪੰਜਾਬ ਦੇ ਵਿੱਚ, ਡਰ ਪਿਆ ਇਹਨਾਂ ਨੂੰ। ਸੋ ਇਸ ਲਈ ਕਦੇ ਫਾਰਮ ਵਾਪਸ ਲੈਂਦੇ ਨੇ, ਕਦੇ ਇਹ ਮਤਲਬ ਕਹਿੰਦੇ ਨੇ ਠੇਕਿਆਂ ਦੀ ਨਿਲਾਮੀ ਤੋਂ ਹੀ ਭੱਜ ਜਾਈਏ। ਹੁਣ ਮੈਨੂੰ ਪਤਾ ਲੱਗ ਰਿਹਾ ਕਹਿੰਦੇ ਆਪਾਂ ਸ਼ਰਾਬ ਨੀਤੀ ਹੋਰ ਬਣਾ ਲਈਏ ਨਵੀਂ, ਕਿ ਉਹ ਸ਼ਰਾਬ ਨੀਤੀ ਵੀ ਹਟਾ ਦਈਏ, ਇਸ ਤਜਵੀਜ਼ ਤੇ ਵੀ ਕੰਮ ਸ਼ੁਰੂ ਹੋ ਗਿਆ। ਸੋ ਇਸ ਲਈ ਕੀ ਇਹ ਮਿਲ ਕੇ ਖੇਡ ਰਹੇ ਨੇ ਜਾਂ ਸੱਚਮੁੱਚ ਡਰ ਕੇ ਖੇਡ ਰਹੇ ਨੇ? ਇਹ ਵੱਡਾ ਸਵਾਲ ਖੜਾ, ਕਿਉਂਕਿ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਦਾ ਬੂਹਾ ਖੜਕਾਵਾਂਗੇ, ਅਸੀਂ ਅਮਿਤ ਸ਼ਾਹ ਕੋਲ ਪਹੁੰਚੇ ਹੋਏ ਹਾਂ, ਦੁਬਾਰਾ ਜਾਵਾਂਗੇ, ਅਸੀਂ ਰਾਸ਼ਟਰਪਤੀ ਤੱਕ ਜਾਵਾਂਗੇ, ਉਹ ਮੰਗ ਕੇ ਲੈ ਰਹੇ ਹੋ ਸੁਰੱਖਿਆ ਦਸਤੇ, ਮੰਗ ਕੇ ਲਿਆ ਰਹੇ ਹੋ ਤੁਸੀਂ CRPF ਤੇ ਹੋਰ ਟੀਮਾਂ। ਸੋ ਇਸ ਲਈ ਇਹ ਸਵਾਲ ਹੈ ਕਿ ਮੰਗਣੀ ਬੰਦੀ ਸਿੰਘਾਂ ਦੀ ਰਿਹਾਈ ਸੀ, ਮੰਗ ਰਹੇ ਹੋ ਸੁਰੱਖਿਆ ਦਸਤੇ। ਕੀ ਇਹ ਭਾਜਪਾ ਵਾਲੀ ਬੋਲੀ ਹੈ, ਕੀ ਕਾਂਗਰਸ ਵਾਲੀ ਨੀਤੀ ਹੈ, ਕੀ ਕੈਪਟਨ ਵਾਲਾ ਮਖੌਟਾ ਹੈ, ਕੀ ਕੈਪਟਨ ਦਾ ਕੋਈ ਝੂਠਾ ਖਾ ਲਿਆ, ਕੀ ਹੈ ਇਹ ਮਸਲਾ? ਸੋ ਇਸ ਮਸਲੇ ਤੇ ਪੰਜਾਬ ਸਰਕਾਰ ਘਿਰੀਗੀ ਵੀ, ਔਰ ਇਹ ਵੀ ਮੁੱਦਾ ਥੋੜੇ ਬਜਟ ਸੈਸ਼ਨ ਦੇ ਵਿੱਚ ਚੁੱਕਿਆ ਜਾਏਗਾ ਜੀ। ਬਿਲਕੁਲ। ਤਾਂ ਦੇਵ ਜੀ, ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪ੍ਰਿੰਸੀਪਲਾਂ ਦਾ ਜਿਹੜਾ ਪਹਿਲਾ ਜੱਥਾ ਸਿੰਗਾਪੁਰ ਦੇ ਲਈ ਟ੍ਰੇਨਿੰਗ ਦੇ ਲਈ ਰਵਾਨਾ ਹੋਇਆ ਸੀ, ਤਾਂ ਉਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਵੀ ਪੁੱਛੇ ਗਏ ਸੀਗੇ ਕਿਸ ਆਧਾਰ ਤੇ ਯੋਗਤਾ ਦੇ ਤੁਸੀਂ ਚੋਣ ਕੀਤੀ ਹੈ, ਪ੍ਰਿੰਸੀਪਲਾਂ ਨੂੰ ਤੁਸੀਂ ਸਿੰਗਾਪੁਰ ਭੇਜਿਆ, ਪਰ ਉਹਨਾਂ ਦਾ ਜਵਾਬ ਕਿਤੇ ਨਾ ਕਿਤੇ ਨਹੀਂ ਦਿੱਤਾ ਗਿਆ। ਤਾਂ ਉਸੇ ਦੇ ਵਿਚਾਲੇ ਅੱਜ ਦੂਜਾ ਗਰੁੱਪ ਵੀ ਭੇਜ ਦਿੱਤਾ ਹੈ, ਕਿਵੇਂ ਵੇਖਦੇ? ਬਿਲਕੁਲ ਜੀ,
ਪ੍ਰਿੰਸੀਪਲਾਂ ਨੂੰ ਭੇਜਣ ਦਾ ਮੁੱਦਾ ਸਿੰਗਾਪੁਰ ਟ੍ਰੇਨਿੰਗ ਜਿਹੜਾ ਉੱਥੇ ਇੰਸਟੀਚਿਊਟ ਹੈ ਉਹਦੇ ਵਿੱਚ ਉਹ ਪਹਿਲਾਂ ਹੀ ਗਰਮਾਇਆ ਹੋਇਆ। ਬਿਲਕੁਲ। ਪਰ ਹੁਣ ਦੂਸਰੇ ਜੱਥੇ ਨੂੰ ਲੈ ਕੇ ਵੀ ਜਾਂ ਦੂਸਰੇ ਬੈਚ ਨੂੰ ਲੈ ਕੇ ਵੀ ਤੈਅ ਹੋ ਗਿਆ ਕਿ ਜਾ ਰਹੇ ਨੇ ਜੀ। ਮੈਨੂੰ ਪਤਾ ਲੱਗ ਰਿਹਾ ਕਿ ਕੱਲ੍ਹ ਤੋਂ ਉੱਥੇ ਟ੍ਰੇਨਿੰਗ ਸ਼ੁਰੂ ਹੋਣੀ ਹੈ ਔਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜੱਥਾ ਆਪ ਰਵਾਨਾ ਕੀਤਾ ਹੈ ਨਾ, ਤੇ ਉਹ 11 ਤਰੀਕ ਤੱਕ ਉੱਥੇ ਟ੍ਰੇਨਿੰਗ ਲਏਗਾ। ਪਿਛਲਾ ਫਰਵਰੀ ਮਹੀਨੇ 'ਚ ਜਾ ਕੇ ਆਇਆ, ਜਿਹਨੂੰ ਲੈ ਕੇ ਰਾਜਪਾਲ ਨੇ ਮਤਲਬ ਕਿ ਪੁੱਛਿਆ ਸੀਗਾ ਕਿ ਮੈਨੂੰ ਹਿਸਾਬ ਦਿਓ ਚੁਣਦੇ ਕਿਵੇਂ ਹੋ। ਅਸਲ 'ਚ ਕੀ ਆ ਜਤਿੰਦਰ ਜੀ ਕਿ ਕਿਹਾ ਇਹ ਜਾ ਰਿਹਾ ਕਿ ਪ੍ਰਿੰਸੀਪਲ ਜਿਹੜੇ ਟ੍ਰੇਨਿੰਗ ਲੈ ਕੇ ਆਉਣਗੇ ਪੰਜਾਬ ਦੇ ਵਿੱਚ ਆਪਣੇ ਸਾਥੀ ਅਧਿਆਪਕਾਂ ਨੂੰ ਔਰ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਗੁਣਵੱਤਾ ਵਧਾਉਣ 'ਚ ਕੰਮ ਕਰਨਗੇ, ਹੈ ਨਾ। ਸੋ ਇਸ ਇਹਨਾਂ ਦੇ ਯੋਗਦਾਨ ਨੂੰ, ਪਰ ਸਵਾਲ ਇਹ ਹੈ ਕਿ ਪ੍ਰਿੰਸੀਪਲ ਮੁੱਖ ਅਧਿਆਪਕ ਸਕੂਲ 'ਚ ਪੜ੍ਹਾਉਂਦਾ ਵੀ ਹੁੰਦਾ ਹੈ, ਆਪ ਵੀ ਪੀਰੀਅਡ ਲੈ ਲੈਂਦਾ ਹੈ ਜਾਂ ਆਪਣੇ ਅਧਿਆਪਕਾਂ ਨਾਲ ਰੋਜ਼ ਰਾਬਤਾ ਕਰਦਾ ਹੈ, ਪਰ ਜਿਹੜਾ ਡੀਓ ਦਫ਼ਤਰ 'ਚ ਲੱਗਿਆ ਉਹ ਟ੍ਰੇਨਿੰਗ ਲੈਣ ਕੀ ਕਰਨ ਜਾ ਰਿਹਾ। ਸੋ ਇਸ ਲਈ ਸਵਾਲ ਹੋਇਆ ਸੀ ਕਿ ਜਿਹੜੇ ਜਵਾਕਾਂ ਨੂੰ ਪੜ੍ਹਾਉਂਦੇ ਹੀ ਨਹੀਂ, ਜਿਹੜੇ ਸਕੂਲ 'ਚ ਮਾਸਟਰ ਵਾਲੀ ਕੁਰਸੀ ਤੇ ਬਹਿੰਦੇ ਹੀ ਨਹੀਂ, ਹੈ ਨਾ, ਜਿਨ੍ਹਾਂ ਨੇ ਜਵਾਕਾਂ ਨਾਲ ਸਿੱਧਾ ਰਾਬਤਾ ਹੀ ਨਹੀਂ, ਉਹਨਾਂ ਨੂੰ ਟ੍ਰੇਨਿੰਗ ਲਈ ਭੇਜ ਰਹੇ ਹੋ ਕਿ ਸੈਰ ਲਈ ਭੇਜ ਰਹੇ ਹੋ। ਸਵਾਲ ਤਾਂ ਇਹ ਸੀ, ਇਸ ਲਈ ਵੀ ਵਿਵਾਦ ਸੀ। ਤੇ ਫਿਰ ਜਦੋਂ ਰਾਜਪਾਲ ਨੇ ਪੁੱਛਿਆ ਤੇ ਇਹ ਕਹਿੰਦੇ ਅਸੀਂ ਜਵਾਬ ਦੇ ਨਹੀਂ ਗਏ, ਤੇ ਉਹ ਸੁਪਰੀਮ ਕੋਰਟ 'ਚ ਆਪ ਗਏ ਸੀ ਮਨਜ਼ੂਰੀ ਲੈਣ ਲਈ। ਉੱਥੇ ਉਹਨਾਂ ਨੇ ਇਹਨਾਂ ਨੂੰ ਵੀ ਕਹਿਤਾ ਕਿ ਤੁਸੀਂ ਪਾਬੰਦ ਹੋ ਰਾਜਪਾਲ ਨੂੰ ਜਾਣਕਾਰੀ ਦੇਣ ਲਈ, ਜੇ ਪੁੱਛਿਆ ਜਾਂਦਾ ਦੱਸਣ 'ਚ ਕੀ ਹਰਜ ਹੈ। ਸੋ ਹੁਣ ਉਹ ਜਾਣਕਾਰੀ ਤਾਂ ਜੇ ਨਹੀਂ ਦਿੱਤੀ, ਪਰ ਦੂਆ ਜੱਥਾ ਰਵਾਨਾ ਕਰਤਾ। ਹੋ ਸਕਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਵੇ ਕਿ ਇੱਕੋ ਵਾਰ ਇਕੱਠੀ ਜਾਣਕਾਰੀ ਦੇ ਦਾਂਗੇ, 2 ਚਿੱਠੀਆਂ ਲਿਖ ਕੇ 2 ਕਾਗਜ਼ ਕਾਹਨੂੰ ਖਰਾਬ ਕਰਨੇ ਆ, ਠੀਕ ਹੈ ਨਾ, ਕਿਉਂਕਿ ਪੇਪਰ ਬਚਾਓ ਮੁਹਿੰਮ ਵੀ ਚਲਾਉਂਦੀ ਹੈ ਨਾ ਸਰਕਾਰ ਕਿ ਹਾਂ ਅਸੀਂ ਦੇਖੋ ਪੇਪਰਲੈਸ ਬਜਟ ਸੈਸ਼ਨ। ਸੋ ਇਸ ਲਈ ਇੱਥੇ ਵੀ ਸੋਚਿਆ ਕਿ 1 ਕਾਗਜ਼ ਤਾਂ ਬਚਾ ਲਈਏ। ਸੋ ਇਸ ਲਈ ਦੂਜਾ ਜੱਥਾ ਭੇਜਣ ਤੋਂ ਬਾਅਦ ਹੋ ਸਕਦਾ ਦੂਆ ਸੁਨੇਹਾ ਆ ਜਾਵੇ ਰਾਜਪਾਲ ਦਾ ਕਿ ਭਾਈ ਇਹਦਾ ਵੀ ਹਿਸਾਬ ਦੇ ਦਿਓ, ਫਿਰ ਅਗਲੇ 1 'ਚ ਇਕੱਠਾ ਹਿਸਾਬ ਦੇ ਦੇਣ। ਪਰ ਇਹ ਵਿਵਾਦ ਵਧੇਗਾ ਵੀ, ਇਹ ਮੁੱਦਾ ਵੀ ਬਣੇਗਾ। ਇਹ ਸਾਰੇ ਮੁੱਦੇ ਬਜਟ ਸੈਸ਼ਨ 'ਚ ਸਰਕਾਰ ਦੀ ਘੇਰਾਬੰਦੀ ਕਰਨਗੇ ਕਿ ਤੁਸੀਂ ਸੈਰਗਾਹ ਤੇ ਭੇਜੇ ਨੇ ਜਾਂ ਟ੍ਰੇਨਿੰਗ ਤੇ ਭੇਜੇ ਨੇ। ਸਵਾਲ ਇਹ ਕਿ ਜਿਹੜਾ ਟ੍ਰੇਨਡ ਹੋ ਕੇ ਆਇਆ, ਜਿਹੜਾ ਪਹਿਲਾਂ ਹੀ ਉਹ ਕੋਰਸ ਕਰਕੇ ਡਿਪਲੋਮਾ ਕਰਕੇ ਸਾਰਾ ਕੁਝ ਹੈ, ਠੀਕ ਹੈ, ਸਮੇਂ ਦੇ ਹਿਸਾਬ ਨਾਲ ਤੁਹਾਨੂੰ ਅਪਡੇਟ ਹੋਣਾ ਚਾਹੀਦਾ, ਪਰ ਕੀ ਉਹਦੇ ਲਈ ਸਿੰਗਾਪੁਰ ਤੇ ਚੋਣਵੇਂ ਹੀ ਕੁਝ ਅਧਿਆਪਕ ਨੇ। ਜਤਿੰਦਰ ਜੀ ਹੁੰਦਾ ਕੀ ਆ ਕਿ ਸਕੂਲਾਂ ਦੇ ਵਿੱਚ ਬਹੁਤ ਖਾਮੀਆਂ ਨੇ, ਉਹਨਾਂ ਨੂੰ ਦਰੁਸਤ ਕਰਨਾ ਅਜੇ ਬਾਕੀ ਆ। ਅਜੇ ਅਧਿਆਪਕਾਂ ਦੀਆਂ ਪੋਸਟਾਂ ਬਹੁਤ ਖਾਲੀ ਨੇ, ਪ੍ਰਿੰਸੀਪਲਾਂ ਦੇ ਅਹੁਦੇ ਬਹੁਤ ਖਾਲੀ ਨੇ, ਸਕੂਲ ਇਮਾਰਤਾਂ ਪੱਖੋਂ ਬਹੁਤ ਕਮਜ਼ੋਰ ਨੇ, ਉਹਦੇ ਵਿੱਚ ਬਹੁਤ ਕੁਝ ਕੰਮ ਹੋਣਾ ਬਾਕੀ ਆ। ਉਸ ਨੂੰ ਲੈ ਕੇ ਟੀਚਰ ਯੂਨੀਅਨਾਂ ਸਮੇਂ-ਸਮੇਂ ਆਵਾਜ਼ ਵੀ ਚੁੱਕਦੀਆਂ ਨੇ, ਪਰ ਜਦੋਂ ਹੁਣ ਪਹਿਲੇ ਗੇੜ 'ਚ ਚਲੇ ਗਏ ਪ੍ਰਿੰਸੀਪਲ, ਦੂਏ ਗੇੜ 'ਚ ਚਲੇ ਗਏ, ਤਾਂ ਤੀਏ ਗੇੜ 'ਚ ਜਿਹਨੇ ਆਵਾਜ਼ ਚੁੱਕਣੀ ਉਹ ਕਹਿੰਦਾ ਖਬਰ ਚੌਥੇ ਗੇੜ 'ਚ ਮੇਰਾ ਵੀ ਨਾ ਆ ਜਾਵੇ। ਅਗਲਾ ਫਿਰ ਆਵਾਜ਼ ਕੀ ਇਹ ਚੁੱਪ ਕਰਾਉਣ ਦਾ ਤਰੀਕਾ ਵੀ ਹੈ ਕਿ ਰੌਲਾ ਨਾ ਪਾਓ, ਕੱਲ੍ਹ ਨੂੰ ਤੁਹਾਨੂੰ ਵੀ ਜਹਾਜ਼ ਦਾ ਝੂਟਾ ਦਵਾ ਦਾਂਗੇ ਸਰਕਾਰੀ ਖਰਚੇ ਤੇ। ਆਹ ਸਰਕਾਰੀ ਖਰਚਾ ਦਾ ਨਹੀਂ ਕਿਤੇ ਚੁੱਪ ਕਰਾ ਰਿਹਾ, ਪੰਜਾਬ ਦੇ ਸਕੂਲਾਂ ਦਾ ਭੱਠਾ ਬਿਠਾ ਦੇਵੇ ਤੇ ਬਾਅਦ ਚੋਂ ਪਤਾ ਲੱਗੇ ਕਿ ਸਕੂਲਾਂ ਦੇ ਬੋਰਡਾਂ ਦੇ ਉੱਤੇ ਨਵੇਂ ਸਕੂਲਾਂ ਵਾਲੇ ਨਾਂ ਲੱਗ ਗਏ। ਸੋ ਆ ਵੀ ਚਰਚਾ ਚੱਲ ਪਈ। ਸੋ ਇਸ ਲਈ ਇਹ ਮੁੱਦੇ ਸਵਾਲ ਸਰਕਾਰ ਦੇ ਲਈ ਚੁਣੌਤੀ ਬਣਨਗੇ ਕਿ ਭਾਈ ਤੁਸੀਂ ਸੈਰਗਾਹ ਲਈ ਭੇਜਣ ਜਾਂ ਟ੍ਰੇਨਿੰਗ, ਤੇ ਇਹੋ ਜਿਹਾ ਨਤੀਜਾ ਜਦੋਂ ਦਿਖੂਗਾ ਫਿਰ ਚੰਗਾ ਵੀ ਹੋਊਗਾ ਜੇ ਲੱਗਿਆ ਕੁਝ। ਬਿਲਕੁਲ। ਤਾਂ ਦੀਪਕ ਜੀ, ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਮੁਤਾਬਕ ਕਹਿੰਦੇ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਸੀ, ਤੇ ਹੁਣ ਪੀਐਮ ਦੀ ਇੱਛਾ ਦੇ ਨਾਲ ਉਹ ਨਿਯੁਕਤੀ ਨਹੀਂ ਹੋਏਗੀ। ਤਾਂ ਸਵਾਲ ਇਹ ਹੈ ਕਿ ਜੇਕਰ ਪੀਐਮ ਨਹੀਂ ਚੁਣਨਗੇ ਤਾਂ ਹੋਰ ਕਿਸ ਦੀ ਇੱਛਾ ਮੁਤਾਬਕ ਜਿਹੜਾ ਕਮਿਸ਼ਨਰ ਦੀ ਚੋਣ ਹੋਏਗੀ? ਦੇਖੋ, ਹੁਣ ਤੱਕ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਨੇ ਇੱਕ ਫਾਰਮੂਲਾ ਕੱਢਿਆ ਹੋਇਆ ਜੀ, ਮਤਲਬ ਉਹਦੀ ਆੜ ਲੈਂਦੇ ਨੇ ਵੀ ਸੰਵਿਧਾਨ ਦੀ, ਜਦੋਂ ਕਿ ਸੰਵਿਧਾਨ ਕਦੇ ਵੀ ਕਿਸੇ ਸਰਕਾਰ ਪੱਖੀ ਨਹੀਂ ਹੋਇਆ, ਉਹ ਲੋਕ ਪੱਖੀ ਹੈ। ਠੀਕ ਹੈ, ਜਿਸ ਢੰਗ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਅਗਵਾਈ 'ਚ ਉਹ ਸੰਵਿਧਾਨ ਰਚਿਆ ਗਿਆ, ਉਹ ਦੇਸ਼ ਪੱਖੀ ਹੈ, ਉਹ ਸਮਾਜ ਪੱਖੀ ਹੈ, ਉਹ ਲੋਕ ਪੱਖੀ ਹੈ। ਪਰ ਇੱਥੇ ਉਸ ਨੂੰ ਆਪਣੇ ਤਰੀਕੇ ਨਾਲ ਵਰਤ ਲੈਂਦੇ ਨੇ। ਸੋ ਉਸੇ ਵਰਤਨ ਦੇ ਵਿੱਚੋਂ ਸਮੇਂ-ਸਮੇਂ ਦੀਆਂ ਸਰਕਾਰਾਂ ਜਾਂ ਜਿਹੜੇ ਦੇਸ਼ ਦੀ ਗੱਦੀ ਤੇ ਬੈਠੇ, ਚਾਹੇ ਉਹ ਇੰਦਰਾ ਦਾ ਰਾਜ, ਚਾਹੇ ਉਹ ਰਾਜੀਵ ਦਾ ਰਾਜ, ਚਾਹੇ ਮਨਮੋਹਨ ਸਿੰਘ ਦੇ ਸਮੇਂ ਸੋਨੀਆ ਨੇ ਆਪਣੇ ਮਰਜ਼ੀ ਦੇ ਬੰਦੇ ਲਵਾਏ, ਤੇ ਉਸੇ ਤਰ੍ਹਾਂ ਹੁਣ ਨਰਿੰਦਰ ਮੋਦੀ ਦੀ ਇੱਛਾ ਵਾਲੇ ਬੰਦੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੇ ਸਹਾਇਕ ਚੋਣ ਕਮਿਸ਼ਨਰ ਬਣਦੇ ਰਹੇ। ਤੇ ਇਸ ਨੂੰ ਲੈ ਕੇ ਦਿਨੋਂ ਦਿਨ ਵਿਵਾਦ ਵੱਧਦਾ ਗਿਆ, ਕਿਉਂਕਿ ਪਿਛਲੇ ਦਿਨਾਂ 'ਚ ਮੋਦੀ ਦੇ ਕਾਰਜਕਾਲ 'ਚ ਤਾਂ ਹਾਲ ਇਹ ਹੁੰਦਾ ਸੀ ਕਿ ਮੋਦੀ ਆਖਰੀ ਰੈਲੀ ਕਰਕੇ ਸਟੇਜ ਤੋਂ ਉਤਰਦੇ ਸੀ, ਤਦੇ ਚੋਣ ਕਮਿਸ਼ਨ ਮੇਜ਼ ਲਾ ਕੇ ਕਹਿੰਦਾ ਸੀ ਅੱਜ ਤੋਂ ਚੋਣਾਂ ਦਾ ਐਲਾਨ। ਅੱਛਾ, ਕਰੋਨਾ ਕਰਕੇ, ਮੌਸਮ ਕਰਕੇ ਜੇ ਰੈਲੀ ਰੱਦ ਕਰਨੀ ਪੈ ਗਈ, ਫਿਰ ਚੋਣਾਂ ਦਾ ਐਲਾਨ ਵੀ ਅੱਗੇ। ਸੋ ਪਤਾ ਲੱਗਦਾ ਸੀ ਕਿ ਤਾਂ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਕਿ ਚੋਣ ਕਮਿਸ਼ਨਰ ਵਾਲੇ ਕੀ ਭਾਜਪਾ ਦੇ ਵਰਕਰ ਬਣ ਕੇ ਤਾਂ ਨਹੀਂ ਕੰਮ ਕਰ ਰਹੇ। ਇਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਿਹਾ ਸੀ। ਸੋ ਇਸ ਦੇ ਉੱਤੇ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ ਫੈਸਲਾ ਸੁਣਾਇਆ, ਔਰ ਫੈਸਲਾ ਇਹ ਸੁਣਾਇਆ ਕਿ ਭਾਈ ਹੁਣ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੋਈ ਮੰਤਰੀ, ਕੋਈ ਅਫਸਰ, ਉਹਦਾ ਪਸੰਦੀਦਾ ਬੰਦਾ, ਖਾਸ ਕਰਕੇ ਪ੍ਰਧਾਨ ਮੰਤਰੀ ਜਾਂ ਸਰਕਾਰ ਦਾ ਪਸੰਦੀਦਾ ਬੰਦਾ ਚੋਣ ਕਮਿਸ਼ਨਰ ਨਹੀਂ ਲੱਗੇਗਾ, ਮੁੱਖ ਚੋਣ ਕਮਿਸ਼ਨਰ ਨਹੀਂ ਲੱਗੇਗਾ। ਬਕਾਇਦਾ ਤੌਰ ਤੇ 3 ਮੈਂਬਰੀ ਪੈਨਲ ਚੁਣੇਗਾ ਜੀ। ਉਹ 3 ਮੈਂਬਰੀ ਪੈਨਲ ਉਹ ਬਾਕਮਾਲ ਬਣਾਇਆ। ਉਸ ਪੈਨਲ ਦੇ ਵਿੱਚ ਇੰਦਰ ਜੀ ਪ੍ਰਧਾਨ ਮੰਤਰੀ ਹੋਣਗੇ ਜੀ। ਉਸ ਪੈਨਲ ਦੇ ਵਿੱਚ ਵਿਰੋਧੀ ਧਿਰ ਦਾ ਲੋਕ ਸਭਾ ਦਾ ਜਿਹੜਾ ਆਗੂ ਹੋਊਗਾ ਉਹ ਹੋਏਗਾ, ਤੇ ਤੀਸਰਾ ਚੀਫ ਜਸਟਿਸ ਹੋਣਗੇ। ਸੋ ਇਹ ਤਿੰਨੇ ਨੁਮਾਇੰਦਿਆਂ ਦੇ ਕੋਲ ਨਾਮ ਆਉਣਗੇ ਜੀ। ਹੁਣ ਇਸ ਮਸਲੇ ਤੇ ਹੈ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਭਾਈ ਜੇ ਤੁਸੀਂ ਇਸ ਪੈਨਲ ਦੇ ਰਾਹੀਂ ਚੋਣ ਕਰਾਉਂਦੇ ਹੋ ਠੀਕ ਹੈ ਜੀ, ਉਹ ਤੋਂ ਬਾਅਦ ਤੁਸੀਂ ਆਪਣਾ ਕਾਨੂੰਨ ਬਣਾਓ
ਭਾਰਤੀ ਸੰਸਦ ਚ ਲਿਆ ਕੇ ਇਸ ਨਿਯੁਕਤੀ ਨੂੰ ਲੈ ਕੇ ਕਾਨੂੰਨ ਬਣਾ ਲਓ, ਫਿਰ ਇਹ ਪੈਨਲ ਵਾਲੀ ਗੱਲ ਖਰਚ ਹੋ ਗਈ, ਕਾਨੂੰਨ ਅਨੁਸਾਰ ਚੁਣ ਲਿਆ ਕਰੋ ਜੀ। ਜਦੋਂ ਤੱਕ ਕਾਨੂੰਨ ਨਹੀਂ ਬਣਾਉਂਦੇ ਤਦ ਤੱਕ ਇਹ ਪੈਨਲ ਕੰਮ ਕਰੇਗਾ, ਫਿਰ ਇਹ ਨਹੀਂ ਚੱਲੇਗਾ ਕਿ ਸੋਨੀਆ ਦੀ ਪਸੰਦ ਹੈ ਕਿ ਮੋਦੀ ਦੀ ਪਸੰਦ ਹੈ, ਫਿਰ ਪੈਨਲ ਦੇ ਰਾਹੀਂ ਹੋਏਗਾ। ਪਰ ਹੁਣ ਇੱਥੇ 5-0 ਦੇ ਫੈਸਲੇ ਨਾਲੇ ਫੈਸਲਾ ਹੋਇਆ, 5 ਜੱਜਾਂ ਦਾ ਬੈਂਚ ਸੀ ਪਰ ਪੰਜੇ ਇਸ ਗੱਲ ਲਈ ਸਹਿਮਤ ਸੀਗੇ ਕਿ ਬਿਲਕੁਲ ਐ ਹੋਣੀ ਚਾਹੀਦੀ ਹੈ। ਹੁਣ ਫਿਰ ਸਵਾਲ ਹੈ ਕਿ ਕੀ ਇਹਨੂੰ ਅਦਾਲਤ 'ਚ ਚੁਣੌਤੀ ਦੇ ਸਕਦੀ ਹੈ ਸਰਕਾਰ ਜੀ? ਤੇ ਪਤਾ ਲੱਗਾ ਕਿ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜੇਕਰ ਫੈਸਲਾ ਬਿਲਕੁਲ ਇੱਕ ਪਾਸੜ ਹੋਵੇ, ਮਤਲਬ ਸਾਰੀਆਂ ਤਰ੍ਹਾਂ ਇੱਕ ਰਾਏ ਨਾਲ ਸਹਿਮਤ ਹੋਣ, 5 ਦੇ 5 ਜੱਜ ਸਹਿਮਤ ਨੇ, ਫਿਰ ਅਜਿਹੇ ਫੈਸਲੇ ਨੂੰ ਕਦੇ ਸਰਕਾਰ ਨੇ ਚੁਣੌਤੀ ਨਹੀਂ ਦਿੱਤੀ। ਸੋ ਇਹਦਾ ਮਤਲਬ ਕੀ ਸਰਕਾਰ ਚੁਣੌਤੀ ਨਹੀਂ ਦੇਗੀ, ਪਰ ਸਰਕਾਰ ਨੇ ਅਜੇ ਤੱਕ ਸਵਾਗਤ ਵੀ ਨਹੀਂ ਕੀਤਾ ਇਸ ਫੈਸਲੇ ਦਾ। ਇਹਦਾ ਮਤਲਬ ਕੀ ਸਰਕਾਰ ਦੂਆ ਪੈਂਤੜਾ ਅਪਣਾ ਸਕਦੀ ਹੈ? ਹੁਣ ਉਹਦੇ ਕੋਲ ਇੱਕ ਤਰੀਕਾ ਤਾਂ ਹੈ ਕਿ ਉਹ ਛੇਤੀ ਤੋਂ ਛੇਤੀ ਕਾਨੂੰਨ ਬਣਾ ਲਵੇ। ਸੰਸਦ ਉਹਦੇ ਕੋਲ, ਵੱਧ ਤੋਂ ਮੈਂਬਰ ਉਹਦੇ ਕੋਲ। ਇੱਥੇ ਤਾਂ 3 ਖੇਤੀ ਕਾਨੂੰਨ ਸੰਸਦ ਮੈਂਬਰ ਨੂੰ ਦੱਸੇ ਬਿਨਾਂ ਲਿਆਂਦੇ ਸੀ, ਧੱਕੇ ਨਾਲ ਪਾਸ ਕਰਾ ਲਏ ਸੀ, ਫਿਰ ਇੱਥੇ ਕਾਨੂੰਨ ਬਣਾਉਣਾ ਕੀ ਔਖਾ? ਸੋ ਇਸ ਲਈ ਉਸ ਤਰੀਕੇ ਨਾਲ ਫਿਰ ਜ਼ਬਰਦਸਤੀ ਆਪਣੇ ਕੰਟਰੋਲ 'ਚ ਲਿਆ ਸਕਦੀ ਹੈ। ਪਰ ਇਹ ਤੋਂ ਵੀ ਇੱਕ ਅਗਲਾ ਤਰੀਕਾ, ਜੇ ਸੰਸਦ ਬਹੁਮਤ ਨਾਲ ਚਾਹਵੇ ਤਾਂ ਇਹ ਫੈਸਲਾ ਜੱਜਾਂ ਦੇ ਫੈਸਲੇ ਨੂੰ ਰੱਦ ਵੀ ਕਰ ਸਕਦੀ ਹੈ। ਸੋ ਇੱਥੋਂ ਪਤਾ ਲੱਗੇ ਕਿ ਸਰਕਾਰ ਇਸ ਸ਼ਰਾਰਤ ਤੱਕ ਜਾ ਕੇ ਬਦਨਾਮੀ ਖੱਟੇਗੀ ਜਾਂ ਬਾਇਆ ਕਾਨੂੰਨ ਬਣਾ ਕੇ ਸੇਫ ਜ਼ੋਨ 'ਚ ਖੇਡੇਗੀ। ਸੋ ਖੇਡਣਾ ਜ਼ਰੂਰ ਚਾਹੁੰਦੀ ਹੈ, ਪਰ ਇਸ ਮਸਲੇ ਦੇ ਉੱਤੇ ਮੈਂ ਦੇਖ ਰਿਹਾ ਸੀ ਚੀਫ ਜਸਟਿਸ ਨੇ ਤਾਂ ਮੀਡੀਆ ਤੇ ਵੀ ਸਵਾਲ ਖੜਾ ਕੀਤਾ। ਕਹਿੰਦੇ ਚੋਣਾਂ ਦੇ ਦੌਰਾਨ ਚੋਣ ਕਮਿਸ਼ਨ ਦਾ ਚੋਣ ਕਮਿਸ਼ਨਰ, ਮੀਡੀਆ ਵੀ, ਖਾਸ ਕਰਕੇ ਕੁਝ ਅਜਿਹਾ ਮੀਡੀਆ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਇਸ਼ਾਰੇ ਤੇ ਨੱਚਦਾ ਹੈ, ਕਹਿੰਦੇ ਕਿ ਉਹ ਲੋਕ ਮੁੱਦੇ ਛੱਡੇ ਦਿੰਦਾ, ਉਹ ਇੱਕ ਪਾਸੜ ਹੋ ਕੇ ਦਿਖਾਉਂਦਾ ਸਾਰਾ ਕੁਝ, ਤੇ ਜਿਹਦੇ ਨਾਲ ਵੋਟਾਂ ਪ੍ਰਭਾਵਿਤ ਵੀ ਹੁੰਦੀਆਂ। ਸੋ ਇਹ ਤੋਂ ਵੱਧ ਹੋਰ ਨਿਸ਼ਾਨਾ ਕੀ ਹੋ ਸਕਦਾ? ਸੋ ਇਸ ਲਈ ਇੱਕ ਉਮੀਦ ਵੱਜੀ ਆ ਕਿ ਇਹਦੇ ਨਾਲ ਸ਼ਾਇਦ ਚੋਣ ਕਮਿਸ਼ਨਰ ਔਰ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਉਹ ਆਜ਼ਾਦ ਹੋ ਜਾਣ ਤੇ ਆਜ਼ਾਦ ਹੋ ਕੇ ਨਿਰਪੱਖਤਾ ਨਾਲ ਚੋਣਾਂ ਹੋਣ, ਤਾਂ ਕਿ ਲੋਕਤੰਤਰ ਦਾ ਜਿਹੜਾ ਕੱਦ ਕਾਠ ਹੈ ਉਹ ਬਾਹਰ ਰਹੇ, ਸੰਵਿਧਾਨ ਦਾ ਜੋ ਰੁਤਬਾ ਹੈ ਉਹ ਬਾਹਰ ਰਹੇ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਾ ਜੀ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੁੜ ਸੋਮਵਾਰ ਨੂੰ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।